ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਪੰਜਾਬ ਮਿਲ USA ਟੀਵੀ ਤੇ ਮੈਂ ਸੁਰਭੀ ਸ਼ਰਮਾ ਹਾਜ਼ਰ ਹੋ ਚੁੱਕੀ ਹਾਂ ਪ੍ਰੋਗਰਾਮ ਇੰਟਰਨੈਸ਼ਨਲ ਅਪਡੇਟ ਲੈ ਕੇ। ਜੀ ਹਾਂ, ਪ੍ਰੋਗਰਾਮ ਵਿੱਚ ਖਾਸ ਅਪਡੇਟਸ ਅਮਰੀਕਾ ਕੈਨੇਡਾ ਨਾਲ ਜੁੜੀਆਂ ਹੋਈਆਂ। ਸੋ ਕੈਨੇਡਾ ਤੋਂ ਵੀ ਤੇ ਅਮਰੀਕਾ ਤੋਂ ਵੀ ਖਾਸ ਅਪਡੇਟ ਸਾਹਮਣੇ ਆਈਆਂ ਨੇ। ਸਭ ਤੋਂ ਪਹਿਲਾਂ ਗੱਲ ਕਰਨ ਜਾ ਰਹੇ ਹਾਂ ਡੋਨਲਡ ਟਰੰਪ ਦੇ ਉਸ ਐਲਾਨ ਦੀ ਜੋ ਹੁਣ ਲਾਗੂ ਹੋਣ ਵਾਲਾ ਹੈ। ਉਹ ਨਿਰਦੇਸ਼ ਜੋ ਉਹਨਾਂ ਨੇ ਕਾਫੀ ਲੰਬੇ ਸਮੇਂ ਤੋਂ ਐਲਾਨ ਤਾਂ ਕੀਤਾ ਸੀ ਪਰ ਹਲੇ ਤੱਕ ਲਾਗੂ ਨਹੀਂ ਹੋਇਆ ਸੀ। ਮੈਂ ਗੱਲ ਕਰ ਰਹੀ ਹਾਂ ਜੀ ਰੈਸੀਪ੍ਰੋਕਲ ਟੈਰਿਫ ਦੀ। ਜੀ ਹਾਂ, ਰੈਸੀਪ੍ਰੋਕਲ ਟੈਰਿਫ ਜਿਸਨੇ ਪੂਰੀ ਦੁਨੀਆ ਵਿੱਚ ਇੱਕ ਹਲਚਲ ਮਚਾ ਦਿੱਤੀ ਹੈ। ਖਾਸ ਤੌਰ ਤੇ ਸ਼ੇਅਰ ਬਾਜ਼ਾਰ ਦੇ ਵਿੱਚ ਥਲਥਲੀ ਮਚ ਚੁੱਕੀ ਹੈ। ਇਸ ਦਾ ਅਸਰ ਬਹੁਤ ਸਾਰੇ ਮੁਲਕਾਂ ਦੇ ਉੱਤੇ ਪੈਣ ਵਾਲਾ ਹੈ। ਸਾਡੇ ਭਾਰਤ ਦੇਸ਼ ਵੀ ਇਸ ਤੋਂ ਨਹੀਂ ਬਚਿਆ ਹੈ ਕਿਉਂਕਿ ਰੈਸੀਪ੍ਰੋਕਲ ਟੈਰਿਫ ਦੇ ਵਿੱਚ ਭਾਰਤ ਦੇਸ਼ ਦੀ ਸ਼ਮੂਲੀਅਤ ਸਭ ਤੋਂ ਜ਼ਿਆਦਾ ਹੈ ਕਿਉਂਕਿ ਡੋਨਲਡ ਟਰੰਪ ਦਾ ਕਹਿਣਾ ਹੈ ਕਿ ਭਾਰਤ ਸਭ ਤੋਂ ਜ਼ਿਆਦਾ ਟੈਰਿਫ ਲਗਾਉਣ ਵਾਲਾ ਦੇਸ਼ ਹੈ। ਸੋ ਰੈਸੀਪ੍ਰੋਕਲ ਨੂੰ ਲੈ ਕੇ ਡੋਨਲਡ ਟਰੰਪ ਨੇ ਐਲਾਨ ਕੀਤਾ ਸੀ ਕਿ 2 ਅਪ੍ਰੈਲ ਨੂੰ ਉਹ ਪੂਰੀ ਦੁਨੀਆ ਦੇ ਵਿੱਚ ਯਾਨੀ ਕਿ ਸਾਰੇ ਮੁਲਕਾਂ ਤੇ ਟੈਰਿਫ ਲਗਾਉਣਗੇ। 2 ਅਪ੍ਰੈਲ ਦਾ ਦਿਨ ਆ ਚੁੱਕਿਆ ਹੋਇਆ ਹੈ। ਇਸ ਨੂੰ ਮੁਕਤੀ ਦਿਵਸ ਵੀ ਉਹਨਾਂ ਨੇ ਕਿਹਾ ਹੈ ਕਿ ਉਸ ਤੋਂ ਬਾਅਦ ਅਮਰੀਕਾ ਟੈਕਸ ਤੋਂ ਆਜ਼ਾਦ ਹੋ ਜਾਏਗਾ। ਯਾਨੀ ਕਿ ਡੋਨਲਡ ਟਰੰਪ ਦਾ ਕਹਿਣਾ ਹੈ ਕਿ ਉਹ ਦਿਨ ਆਉਣ ਵਾਲਾ ਹੈ ਜਦੋਂ ਅਮਰੀਕਾ ਨੂੰ ਹੁਣ ਜ਼ਿਆਦਾ ਜਾਂ ਫालतू ਟੈਕਸ ਨਹੀਂ ਦੇਣਾ ਪਏਗਾ ਕਿਉਂਕਿ ਇਸ ਤੋਂ ਪਹਿਲਾਂ ਅਮਰੀਕਾ ਦਾ ਇਹ ਕਹਿਣਾ ਸੀ ਕਿ ਅਮਰੀਕਾ ਨੇ ਹਮੇਸ਼ਾ ਤੋਂ ਹੀ ਬਹੁਤ ਜ਼ਿਆਦਾ ਟੈਕਸ ਅਦਾ ਕੀਤਾ ਹੈ ਉਹਨਾਂ ਦੇਸ਼ਾਂ ਨੂੰ ਵੀ ਜਿਨ੍ਹਾਂ ਨੇ ਸਾਡੇ ਤੇ ਜ਼ਿਆਦਾ ਟੈਰਿਫ ਲਗਾਏ ਨੇ। ਸੋ ਭਾਰਤ ਨੂੰ ਤਾਂ ਹਮੇਸ਼ਾ ਉਹ ਇਹੀ ਕਹਿੰਦੇ ਆਏ ਨੇ ਕਿ ਭਾਰਤ ਹੀ ਸਭ ਤੋਂ ਜ਼ਿਆਦਾ ਟੈਕਸ ਲਗਾਉਣ ਵਾਲਾ ਦੇਸ਼ ਹੈ। ਇਸ ਕਰਕੇ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਭਾਰਤ ਕਿਤੇ ਨਾ ਕਿਤੇ ਇਸ 'ਚ ਕਟੌਤੀ ਕਰਨ ਜਾ ਰਿਹਾ ਹੈ ਪਰ ਹਾਲੇ ਤੱਕ ਭਾਰਤ ਵੱਲੋਂ ਐਸੀ ਕੋਈ ਖਬਰ ਸਾਹਮਣੇ ਨਹੀਂ ਆਈ ਹੈ ਕਿ ਭਾਰਤ ਨੇ ਟੈਕਸ ਨੂੰ ਲੈ ਕੇ ਕੋਈ ਕਟੌਤੀ ਕੀਤੀ ਹੋਵੇ ਜਾਂ ਇਸ ਵਿੱਚ ਕੁਝ ਨਰਮੀ ਕੀਤੀ ਹੋਵੇ ਜਾਂ ਬਦਲਾਅ ਕੀਤਾ ਹੋਵੇ। ਫਿਲਹਾਲ ਟੈਕਸ ਨੂੰ ਲੈ ਕੇ ਤਾਂ ਭਾਰਤ ਵੱਲੋਂ ਉਹੀ ਚੀਜ਼ ਸ਼ਾਮਲ ਨਜ਼ਰ ਆ ਰਹੀ ਹੈ ਪਰ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਇਸ ਬਾਰੇ ਚਰਚਾ ਕੀਤੀ ਜਾ ਸਕਦੀ ਹੈ ਕਿ ਅਮਰੀਕਾ ਤੋਂ ਲਗਾਏ ਟੈਕਸਾਂ ਵਿੱਚ ਭਾਰਤ ਕਿੰਨੀ ਕਮੀ ਕਰੇਗਾ। ਡੋਨਲਡ ਟਰੰਪ ਦਾ ਇਹ ਕਹਿਣਾ ਸੀ ਕਿ ਉਹਨਾਂ ਨੂੰ ਸੁਣਨ 'ਚ ਮਿਲਿਆ ਕਿ ਭਾਰਤ ਇਸ ਨੂੰ ਘਟਾਏਗਾ ਪਰ ਐਸਾ ਕੁਝ ਵੀ ਹਲੇ ਤੱਕ ਨਹੀਂ ਹੋਇਆ। ਫਿਲਹਾਲ ਟੈਕਸ ਲਗਾਉਣ ਦੀ ਕੜੀ ਆ ਚੁੱਕੀ ਹੈ। 2 ਅਪ੍ਰੈਲ ਦਾ ਦਿਨ ਵੀ ਆ ਚੁੱਕਿਆ ਹੈ ਤੇ ਡੋਨਲਡ ਟਰੰਪ ਵੱਲੋਂ ਹੁਣ ਇਹਨਾਂ ਦੇਸ਼ਾਂ ਦੇ ਉੱਤੇ ਟੈਕਸ ਲਗਾਇਆ ਜਾਵੇਗਾ। ਸੋ ਇਸ ਰੈਸੀਪ੍ਰੋਕਲ ਟੈਰਿਫ ਦੇ ਵਿੱਚ ਬਹੁਤ ਸਾਰੇ ਦੇਸ਼ਾਂ ਦੇ ਉੱਤੇ ਦਾ ਅਸਰ ਪਏਗਾ ਤੇ ਭਾਰਤ ਇਸ ਲਿਸਟ ਵਿੱਚ ਸ਼ਾਮਲ ਹੈ। ਇਸ ਕਰਕੇ ਭਾਰਤ ਤੇ ਵੀ ਅਸਰ ਪੈ ਸਕਦਾ ਹੈ। ਸੋ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ 2 ਅਪ੍ਰੈਲ ਤੋਂ ਨਵੇਂ ਟੈਰਿਫ ਲਾਗੂ ਕਰਨ ਜਾ ਰਹੇ ਹਨ। ਉਹ ਕਾਰਾਂ ਅਤੇ ਉਹਨਾਂ ਦੇ ਪਾਰਟਸ ਦੇ ਆਯਾਤ ਤੇ ਟੈਕਸ ਲਗਾਉਣ ਦੀ ਯੋਜਨਾ ਬਣਾ ਰਹੇ ਹਨ। ਟਰੰਪ 2 ਅਪ੍ਰੈਲ ਨੂੰ ਲਿਬਰੇਸ਼ਨ ਡੇ ਕਹਿ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਉਹ ਉਹਨਾਂ ਵਪਾਰਕ ਸਾਥੀਆਂ ਤੇ ਬਰਾਬਰੀ ਦਾ ਟੈਕਸ ਲਗਾਉਣਗੇ ਜਿਨ੍ਹਾਂ ਦੀ ਵਪਾਰ ਨੀਤੀ ਉਹਨਾਂ ਨੂੰ ਠੀਕ ਨਹੀਂ ਲੱਗਦੀ। ਇਸ ਤੋਂ ਪਹਿਲਾਂ ਵੀ ਟਰੰਪ ਸਟੀਲ ਅਤੇ ਐਲੂਮੀਨੀਅਮ ਤੇ ਆਯਾਤ ਤੇ ਟੈਕਸ ਲਗਾ ਚੁੱਕੇ ਹਨ। ਉਹਨਾਂ ਨੇ ਕੈਨੇਡਾ, ਚੀਨ ਅਤੇ ਮੈਕਸੀਕੋ ਤੋਂ ਆਉਣ ਵਾਲੇ ਸਮਾਨ ਤੇ ਵੀ ਟੈਕਸ ਲਗਾਇਆ ਸੀਗਾ। ਹੁਣ ਸੰਕੇਤ ਮਿਲ ਰਹੇ ਹਨ ਕਿ ਉਹ ਏਸ਼ੀਆ, ਯੂਰਪ ਅਤੇ ਦੱਖਣੀ ਅਮਰੀਕਾ ਦੇ ਉਹਨਾਂ ਦੇਸ਼ਾਂ ਤੇ ਵੀ ਟੈਕਸ ਲਗਾਉਣਗੇ ਜੋ ਅਮਰੀਕਾ ਨੂੰ ਵੱਧ ਸਮਾਨ ਵੇਚਦੇ ਹਨ ਪਰ ਅਮਰੀਕਾ ਤੋਂ ਘੱਟ ਖਰੀਦਦੇ ਹਨ। ਇਸ ਕਰਕੇ ਉਹਨਾਂ ਨੇ ਇਹ ਦਿਨ ਚੁਣਿਆ ਅਤੇ 2 ਤਰੀਕ ਨੂੰ ਉਹਨਾਂ ਨੇ ਐਲਾਨ ਕੀਤਾ ਕਿ ਇਸ ਦਿਨ ਸਾਰੇ ਦੇਸ਼ਾਂ ਤੇ ਟੈਕਸ ਲਗਾਏ ਜਾਣਗੇ। ਉਹਨਾਂ ਦੇਸ਼ਾਂ ਤੇ ਵੀ ਜੋ ਅਮਰੀਕਾ ਤੋਂ ਘੱਟ ਸਮਾਨ ਖਰੀਦਦੇ ਨੇ ਪਰ ਅਮਰੀਕਾ ਤੋਂ ਟੈਕਸ ਬਹੁਤ ਜ਼ਿਆਦਾ ਲੈਂਦੇ ਨੇ। ਇਸ ਤੋਂ ਪਹਿਲਾਂ ਜਦੋਂ ਡੋਨਲਡ ਟਰੰਪ ਸੱਤਾ ਵਿੱਚ ਨਹੀਂ ਆਏ ਸੀ ਉਹਨਾਂ ਨੇ ਆਪਣੀ ਚੋਣ ਰੈਲੀਆਂ ਦੌਰਾਨ ਵੀ ਟੈਰਿਫ ਦੀ ਗੱਲ ਕਹੀ ਸੀ ਪਰ ਇਹ ਟੈਰਿਫ ਦੀ ਗੱਲ ਕਹੀ ਸੀ ਚੀਨ, ਮੈਕਸੀਕੋ ਤੇ ਕੈਨੇਡਾ ਦੇ ਲਈ ਕਿਉਂਕਿ ਡੋਨਲਡ ਟਰੰਪ ਦਾ ਮੰਨਣਾ ਸੀ ਕਿ ਇਹਨਾਂ ਦੇਸ਼ਾਂ ਤੋਂ ਫੈਂਟਨਿਲ ਯਾਨੀ ਕਿ ਨਸ਼ੀਲੇ ਪਦਾਰਥ ਅਤੇ ਗੈਰ ਕਾਨੂੰਨੀ ਪ੍ਰਵਾਸੀ ਅਮਰੀਕਾ 'ਚ ਬਹੁਤ ਆਉਂਦੇ ਨੇ। ਇਸ ਕਰਕੇ ਅਮਰੀਕਾ ਦੀ ਅਰਥ ਵਿਵਸਥਾ ਵਿਗੜੀ ਹੈ, ਅਮਰੀਕਾ ਦੇ ਹਾਲਾਤ ਵਿਗੜੇ ਨੇ। ਇਸ ਕਰਕੇ ਡੋਨਲਡ ਟਰੰਪ ਨੇ ਇਹਨਾਂ 3 ਦੇਸ਼ਾਂ ਦਾ ਜ਼ਿਕਰ ਹੀ ਕੀਤਾ ਸੀ ਪਰ ਹੌਲੀ-ਹੌਲੀ ਕਰਦੇ ਜਦੋਂ ਡੋਨਲਡ ਟਰੰਪ ਸੱਤਾ ਵਿੱਚ ਆ ਗਏ ਤੇ ਇਸ ਤੋਂ ਬਾਅਦ ਡੋਨਲਡ ਟਰੰਪ ਨੇ ਬਾਕੀ ਸਾਰੇ ਦੇਸ਼ਾਂ ਦਾ ਜ਼ਿਕਰ ਕਰਨਾ ਵੀ ਸ਼ੁਰੂ ਕਰ ਦਿੱਤਾ ਅਤੇ ਹੌਲੀ-ਹੌਲੀ ਟੈਰਿਫ ਦੀ ਧਮਕੀ ਦੇਣੀ ਸ਼ੁਰੂ ਕਰ ਦਿੱਤੀ ਜਿਸ ਵਿੱਚ ਸਾਡਾ ਭਾਰਤ ਦੇਸ਼ ਵੀ ਸ਼ਾਮਲ ਹੈ ਕਿਉਂਕਿ ਭਾਰਤ ਦੇਸ਼ ਅਮਰੀਕਾ ਤੇ ਬਹੁਤ ਜ਼ਿਆਦਾ ਟੈਕਸ ਲਗਾਉਂਦਾ ਹੈ। ਸੋ ਡੋਨਲਡ ਟਰੰਪ ਨੇ ਐਲਾਨ ਕੀਤਾ ਸੀ ਕਿ ਉਹ 2 ਅਪ੍ਰੈਲ ਤੋਂ ਮੋਟਰ ਵਾਹਨਾਂ ਤੇ 25% ਟੈਰਿਫ ਲਗਾਉਣਗੇ ਯਾਨੀ ਕਿ ਆਟੋਮੋਬਾਈਲਸ ਤੇ ਤਾਂ ਉਹਨਾਂ ਨੇ 25% ਟੈਰਿਫ ਲਗਾਉਣ ਦੀ ਗੱਲ ਆਖੀ ਹੀ ਹੈ। ਇਸ ਤੋਂ ਇਲਾਵਾ ਹੋਰ ਕਿਹੜੀਆਂ ਚੀਜ਼ਾਂ ਤੇ ਟੈਕਸ ਲੱਗਦਾ ਇਹ ਜਾਣਨਾ ਹਲੇ ਬਾਕੀ ਹੈ। ਉਹਨਾਂ ਨੇ ਦੱਸਿਆ ਕਿ ਕਾਰ ਪਾਰਟਸ ਤੇ ਟੈਰਿਫ ਮਈ ਜਾਂ ਉਸ ਤੋਂ ਬਾਅਦ ਲਾਗੂ ਕੀਤਾ ਜਾਵੇਗਾ। ਅਮਰੀਕਾ ਹਰ ਸਾਲ ਤਕਰੀਬਨ 80 ਲੱਖ ਕਾਰਾਂ ਆਯਾਤ ਕਰਦਾ ਹੈ ਜਿਸ ਦੀ ਕੁੱਲ ਕੀਮਤ ਲਗਭਗ 240 ਅਰਬ ਡਾਲਰ ਹੈ। ਇਸ ਤੋਂ ਇਲਾਵਾ ਅਮਰੀਕਾ ਨੇ 4 ਮਾਰਚ ਤੋਂ ਕੈਨੇਡਾ ਅਤੇ ਮੈਕਸੀਕੋ ਤੋਂ ਹੋਣ ਵਾਲੇ ਆਯਾਤ ਤੇ ਵੀ 25% ਟੈਰਿਫ ਲਗਾ ਦਿੱਤਾ ਹੈ। ਇਨ੍ਹਾਂ ਮੁਲਕਾਂ ਤੇ ਤਾਂ ਪਹਿਲਾਂ ਹੀ ਟੈਰਿਫ ਲਗਾ ਦਿੱਤਾ ਗਿਆ ਸੀਗਾ। ਇਸ ਤੋਂ ਬਾਅਦ ਅੱਜ ਤੋਂ ਨਵੇਂ ਮੁਲਕਾਂ ਦੇ ਉੱਤੇ ਟੈਰਿਫ ਲਗਾਇਆ ਜਾਵੇਗਾ ਜਦਕਿ ਕੈਨੇਡਾ ਤੋਂ ਊਰਜਾ ਸੰਬੰਧੀ ਆਯਾਤ ਤੇ 10% ਟੈਰਿਫ ਲਗਾਇਆ ਗਿਆ ਹੈ। ਇਸੇ ਕਰਕੇ ਅਮਰੀਕਾ ਤੇ ਕੈਨੇਡਾ ਦੇ ਸੰਬੰਧ ਅੱਜ ਕੁਝ ਸਹੀ ਨਹੀਂ ਨੇ ਤੇ ਇਹਨਾਂ ਦੇ ਸੰਬੰਧ ਵਿੱਚ ਖਟਾਸ ਪੈਦਾ ਹੋ ਚੁੱਕੀ ਹੈ। ਸੋ ਮੋਟਰ ਵਾਹਨ ਅਤੇ ਉਹਨਾਂ ਦੇ ਪਾਰਟਸ ਅਮਰੀਕਾ, ਮੈਕਸੀਕੋ ਅਤੇ ਕੈਨੇਡਾ ਤੇ ਫ੍ਰੀ ਟ੍ਰੇਡ
ਐਗਰੀਮੈਂਟ ਅਧੀਨ ਬਣਾਏ ਜਾਂਦੇ ਹਨ। ਇਸ ਲਈ ਉਹਨਾਂ ਨੂੰ ਅਜੇ ਤੱਕ ਟੈਰਿਫ ਤੋਂ ਬਚਾਇਆ ਗਿਆ ਹੈ। ਪਰ ਇਹ ਸਿਰਫ ਤਦ ਤੱਕ ਹੈ ਜਦ ਤੱਕ ਅਮਰੀਕਾ ਦੇ ਕਸਟਮ ਦਫ਼ਤਰ ਨਵੇਂ ਟੈਕਸ ਲਗਾਉਣ ਲਈ ਢਾਂਚਾ ਤਿਆਰ ਨਹੀਂ ਕਰ ਲੈਂਦੇ। ਵਾਈਟ ਹਾਊਸ ਨੇ ਕਿਹਾ ਕਿ ਕੈਨੇਡਾ ਅਤੇ ਮੈਕਸੀਕੋ ਤੇ ਟੈਰਿਫ ਲਗਾਉਣ ਦਾ ਉਦੇਸ਼ ਉਹਨਾਂ ਦੀਆਂ ਸਰਕਾਰਾਂ ਨੂੰ ਗੈਰ ਕਾਨੂੰਨੀ ਪ੍ਰਵਾਸੀਆਂ ਅਤੇ ਨਕਲੀ ਤਰੀਕੇ ਨਾਲ ਬਣਾਈ ਜਾਣ ਵਾਲੀ ਫੈਂਟਾਨਿਲ ਨੂੰ ਅਮਰੀਕਾ 'ਚ ਦਾਖਲ ਹੋਣ ਤੋਂ ਰੋਕਣਾ ਹੈ। ਅਮਰੀਕਾ ਨੇ 4 ਫਰਵਰੀ ਨੂੰ ਚੀਨ ਤੋਂ ਆਉਣ ਵਾਲੇ ਸਮਾਨ ਤੇ 10% ਟੈਰਿਫ ਲਗਾਇਆ ਸੀ, ਜਿਸ ਨੂੰ 4 ਮਾਰਚ ਨੂੰ ਵਧਾ ਕੇ 20% ਕਰ ਦਿੱਤਾ ਗਿਆ। ਹਾਲਾਂਕਿ ਉਹਨਾਂ ਨੇ ਸ਼ਿਪਮੈਂਟਸ ਨੂੰ ਜਿਨ੍ਹਾਂ ਦੀ ਕੀਮਤ $800 ਤੋਂ ਘੱਟ ਹੈ ਇਸ ਟੈਰਿਫ ਤੇ ਛੋਟ ਦਿੱਤੀ ਗਈ ਹੈ। ਇਸ ਦੇ ਜਵਾਬ ਵਜੋਂ ਚੀਨ ਨੇ ਅਮਰੀਕਾ ਦੇ ਸਮਾਨ ਤੇ 10 ਤੋਂ 15% ਤੱਕ ਟੈਰਿਫ ਲਗਾਇਆ, ਜਿਸ ਵਿੱਚ ਖੇਤੀਬਾੜੀ ਤੇ ਉਪਕਰਨ ਵੀ ਸ਼ਾਮਲ ਹਨ। ਸੋ ਕੈਨੇਡਾ ਨੇ ਵੀ ਜਵਾਬ ਵਿੱਚ $40 ਅਰਬ ਤੋਂ ਵੱਧ ਮੂਲ ਦੇ ਅਮਰੀਕੀ ਸਮਾਨ ਤੇ ਟੈਰਿਫ ਲਗਾ ਦਿੱਤਾ, ਜਦਕਿ ਮੈਕਸੀਕੋ ਨੇ ਟੈਰਿਫ ਲਗਾਉਣ ਤੋਂ ਪਰਹੇਜ਼ ਕੀਤਾ। ਇਸ ਤੋਂ ਇਲਾਵਾ 12 ਮਾਰਚ ਨੂੰ ਅਮਰੀਕਾ ਨੇ ਦੁਨੀਆ ਦੇ ਕਿਸੇ ਵੀ ਦੇਸ਼ ਤੋਂ ਆਉਣ ਵਾਲੇ ਸਟੀਲ ਅਤੇ ਐਲੂਮੀਨੀਅਮ ਤੇ 25% ਟੈਰਿਫ ਲਗਾ ਦਿੱਤਾ ਹੈ। ਸੋ ਟੈਰਿਫ ਨੀਤੀ ਨੂੰ ਲੈ ਕੇ ਡੋਨਾਲਡ ਟਰੰਪ ਕਾਫੀ ਸਖਤ ਨੇ, ਜਿਵੇਂ ਉਹ ਇਮੀਗ੍ਰੇਸ਼ਨ ਨੂੰ ਲੈ ਕੇ ਕਾਫੀ ਜ਼ਿਆਦਾ ਸਖਤ ਨੇ। ਪਰ ਹੁਣ ਇਹ ਵੀ ਦੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ 'ਚ ਕੀ ਇਹ ਟੈਰਿਫ ਘਟਣਗੇ ਜਾਂ ਫਿਰ ਇਹਨਾਂ ਦੇਸ਼ਾਂ ਦੇ ਵਿੱਚ ਅਮਰੀਕਾ ਜਾਂ ਬਾਕੀ ਮੁਲਕਾਂ ਦੇ ਵਿੱਚ ਇੱਕ ਟੈਰਿਫ ਯੁੱਧ ਸ਼ੁਰੂ ਹੋ ਜਾਏਗਾ। ਟਰੰਪ ਬਾਰ-ਬਾਰ 2 ਅਪ੍ਰੈਲ ਨੂੰ ਲਿਬਰੇਸ਼ਨ ਡੇ ਕਹਿ ਰਹੇ ਹਨ। ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਰੁਥ ਸੋਸ਼ਲ ਤੇ ਲਿਖਿਆ ਕਿ 2 ਅਪ੍ਰੈਲ ਅਮਰੀਕਾ ਦੇ ਵਿੱਚ ਲਿਬਰੇਸ਼ਨ ਡੇ ਹੋਵੇਗਾ। ਟਰੰਪ ਨੇ ਕਿਹਾ, ਕਈ ਦਹਾਕਿਆਂ ਤੱਕ ਦੁਨੀਆ ਦੇ ਹਰ ਦੇਸ਼ ਨੇ ਸਾਨੂੰ ਲੁੱਟਿਆ, ਚਾਹੇ ਉਹ ਸਾਡੇ ਦੋਸਤ ਹੋਣ ਜਾਂ ਦੁਸ਼ਮਣ ਹੋਣ। ਇਸ ਵਿੱਚ ਦੋਸਤ ਦੀ ਗੱਲ ਕਹੀਏ ਤੇ ਇਸ ਵਿੱਚ ਭਾਰਤ ਦਾ ਨਾਮ ਦੱਸਿਆ ਜਾ ਰਿਹਾ ਹੈ, ਕਿਉਂਕਿ ਭਾਰਤ ਦਾ ਅਮਰੀਕਾ ਦੇ ਨਾਲ ਬਹੁਤ ਚੰਗਾ ਸੰਬੰਧ ਹੈ। ਪਰ ਟੈਰਿਫ ਮਾਮਲੇ ਦੇ ਵਿੱਚ ਭਾਰਤ ਨੇ ਬਹੁਤ ਜ਼ਿਆਦਾ ਟੈਰਿਫ ਜੋ ਹੈ ਅਮਰੀਕਾ ਤੋਂ ਲਿਆ ਹੈ, ਯਾਨੀ ਕਿ ਅਮਰੀਕਾ ਨੇ ਲੁੱਟਿਆ ਹੈ, ਐਸਾ ਟਰੰਪ ਕਹਿੰਦੇ ਨੇ। ਤੇ ਡੋਨਾਲਡ ਟਰੰਪ ਦਾ ਕਿਹਾ ਕਿ ਚਾਹੇ ਉਹ ਦੋਸਤ ਹੋਣ ਜਾਂ ਦੁਸ਼ਮਣ ਹੋਣ, ਹੁਣ ਬਹੁਤ ਹੋ ਗਿਆ, ਇਹਨਾਂ ਲੋਕਾਂ ਨੇ ਸਾਨੂੰ ਲੁੱਟਿਆ ਹੈ, ਇਸ ਕਰਕੇ ਹੁਣ ਆਪਣੇ ਆਪ ਨੂੰ ਅਸੀਂ ਲੁੱਟਣ ਨਹੀਂ ਦੇਵਾਂਗੇ। ਹੁਣ ਸਮਾਂ ਆ ਗਿਆ ਕਿ ਅਮਰੀਕਾ ਨੂੰ ਆਪਣੀ ਇੱਜ਼ਤ ਅਤੇ ਪੈਸਾ ਵਾਪਸ ਮਿਲੇ। ਇਸ ਕਰਕੇ ਇਹ ਟੈਰਿਫ ਜੋ ਨੇ ਲਗਾਉਣੇ ਬਹੁਤ ਜ਼ਰੂਰੀ ਨੇ। ਚੋਣ ਮੁਹਿੰਮ ਦੌਰਾਨ ਟਰੰਪ ਨੇ ਕਿਹਾ ਸੀ ਕਿ ਜੋ ਕੰਪਨੀਆਂ ਅਮਰੀਕਾ 'ਚ ਦਾਖਲ ਹੁੰਦੀਆਂ ਹਨ ਉਹਨਾਂ ਦੇ ਸਮਾਨ ਤੇ ਟੈਰਿਫ 'ਚ 10 ਤੋਂ 20% ਤੱਕ ਦੀ ਛੋਟ ਦਿੱਤੀ ਜਾਵੇਗੀ। ਹਾਲ ਹੀ ਵਿੱਚ ਉਹਨਾਂ ਨੇ ਰੈਸੀਪ੍ਰੋਕਲ ਟੈਰਿਫ ਲਾਗੂ ਕਰਨ ਦੀ ਗੱਲ ਕੀਤੀ ਅਤੇ ਕਿਹਾ ਕਿ ਜੇ ਉਹ ਸਾਡੇ ਉੱਤੇ ਸ਼ੁਲਕ ਲਗਾਉਂਦੇ ਹਨ ਤਾਂ ਅਸੀਂ ਵੀ ਉਹਨਾਂ ਤੇ ਸ਼ੁਲਕ ਲਗਾਵਾਂਗੇ। ਹਾਲਾਂਕਿ 24 ਮਾਰਚ ਨੂੰ ਨਿਊਜ਼ ਮੈਕਸ ਟੀਵੀ ਨੂੰ ਦਿੱਤੇ ਗਏ ਇੱਕ ਇੰਟਰਵਿਊ ਦੇ ਵਿੱਚ ਟਰੰਪ ਨੇ ਕਿਹਾ ਕਿ ਉਹ ਆਪਣੀ ਯੋਜਨਾ ਬਾਰੇ ਨਰਮ ਵੀ ਹੋ ਸਕਦੇ ਹਨ ਅਤੇ ਕਈ ਦੇਸ਼ਾਂ ਨੂੰ ਰਾਹਤ ਵੀ ਦਿੱਤੀ ਜਾ ਸਕਦੀ ਹੈ। ਹੁਣ ਇਹਨਾਂ ਦੇਸ਼ਾਂ ਦੇ ਵਿੱਚ ਕਿਹੜੇ ਦੇਸ਼ ਸ਼ਾਮਲ ਹੋਣਗੇ ਇਸ ਬਾਰੇ ਤਾਂ ਹਲੇ ਕੋਈ ਜਾਣਕਾਰੀ ਨਹੀਂ ਹੈ, ਪਰ ਟਰੰਪ ਨੇ ਇਹ ਜ਼ਰੂਰ ਕਿਹਾ ਕਿ ਕਿਤੇ ਨਾ ਕਿਤੇ ਉਹ ਇਸ ਤੋਂ ਨਰਮ ਪੈ ਸਕਦੇ ਨੇ, ਕਿਉਂਕਿ ਇਸ ਤੋਂ ਪਹਿਲਾਂ ਵੀ ਜਦੋਂ ਚੀਨ ਤੇ ਕੈਨੇਡਾ ਜਾਂ ਮੈਕਸੀਕੋ ਦੇ ਉੱਤੇ ਟੈਰਿਫ ਲਗਾਇਆ ਗਿਆ ਸੀ ਤਾਂ ਡੋਨਾਲਡ ਟਰੰਪ ਕੁਝ ਨਰਮ ਪੈ ਗਿਆ ਸੀ। ਫਰਵਰੀ 'ਚ ਲੱਗਣ ਵਾਲੇ ਟੈਕਸ ਨੂੰ ਉਹਨਾਂ ਨੇ ਮਾਰਚ ਤੱਕ ਵਧਾ ਦਿੱਤਾ ਸੀਗਾ ਅਤੇ ਇਸ ਤੋਂ ਬਾਅਦ 1 ਮਹੀਨੇ ਦੀ ਮੋਹਲਤ ਦਿੱਤੀ ਗਈ ਸੀ। ਇਸ 1 ਮਹੀਨੇ ਦੇ ਟਾਈਮ ਤੋਂ ਬਾਅਦ ਦੁਬਾਰਾ ਤੋਂ ਇਹਨਾਂ ਦੇਸ਼ਾਂ ਦੇ ਟੈਕਸ ਲਗਾਏ ਗਏ ਸੀ, ਜਿਸ ਦੇ ਜਵਾਬ ਦੇ ਵਿੱਚ ਕੈਨੇਡਾ ਤੇ ਚੀਨ ਨੇ ਤਾਂ ਅਮਰੀਕਾ ਤੇ ਟੈਰਿਫ ਲਗਾਇਆ, ਪਰ ਮੈਕਸੀਕੋ ਨੇ ਅਮਰੀਕਾ ਤੇ ਕੋਈ ਟੈਰਿਫ ਨਹੀਂ ਲਗਾਇਆ। ਸੋ ਇਸ ਤੋਂ ਇਲਾਵਾ ਹੁਣ ਡੋਨਾਲਡ ਟਰੰਪ ਇਹ ਵੀ ਕਹਿ ਰਹੇ ਨੇ ਕਿ ਜੋ ਰੈਸੀਪ੍ਰੋਕਲ ਟੈਰਿਫ ਦੀ ਗੱਲ ਕਰ ਰਹੇ ਨੇ ਉਹ ਕਿਸੇ ਪਾਰਟਿਕੂਲਰ ਦੇਸ਼ ਲਈ ਨਹੀਂ ਹੈ, ਉਹ ਪੂਰੀ ਦੁਨੀਆ ਦੇ ਲਈ ਹੈ। ਯਾਨੀ ਕਿ ਦੁਨੀਆ ਦੇ ਵਿੱਚ ਜਿੰਨੇ ਵੀ ਮੁਲਕ ਹੈ ਜੋ ਅਮਰੀਕਾ ਦੇ ਨਾਲ ਵਪਾਰ ਕਰਨਗੇ ਉਹਨਾਂ ਸਾਰਿਆਂ ਦੇ ਉੱਤੇ ਲਾਗੂ ਹੋਵੇਗੀ। ਇਸ ਕਰਕੇ ਇਸ ਨੂੰ ਲੈ ਕੇ ਕੁਝ ਬਾਅਦ ਵਿੱਚ ਸੋਚ ਵੀ ਸਕਦੇ ਨੇ ਅਤੇ ਕੁਝ ਦੇਸ਼ਾਂ ਨੂੰ ਇਸ ਵਿੱਚ ਰਾਹਤ ਵੀ ਮਿਲ ਸਕਦੀ ਹੈ। ਕੁਝ ਦੇਸ਼ਾਂ ਨੂੰ ਇਸ ਤੋਂ ਅਲੱਗ ਰੱਖਿਆ ਜਾਵੇਗਾ। ਡੋਨਾਲਡ ਟਰੰਪ ਨੇ ਕਿਹਾ ਜਿੰਨਾ ਸ਼ੁਲਕ ਉਹ ਸਾਡੇ ਉੱਤੇ ਲਗਾਉਂਦੇ ਹਨ ਅਸੀਂ ਉਹਨਾਂ ਦੇ ਉਸ ਤੋਂ ਘੱਟ ਸ਼ੁਲਕ ਲਗਾਵਾਂਗੇ। ਸੋ CNBC ਦੀ ਰਿਪੋਰਟ ਦੇ ਮੁਤਾਬਕ ਵਾਈਟ ਹਾਊਸ ਨੇ ਕਿਹਾ ਕਿ ਉਹ ਉਹਨਾਂ ਦੇਸ਼ਾਂ ਤੇ ਟੈਰਿਫ ਲਗਾਉਣ ਦੀ ਯੋਜਨਾ ਛੱਡ ਸਕਦੇ ਹਨ ਜੋ ਆਪਣੇ ਸਮਾਨ ਤੇ ਵੈਲਿਊ ਐਡਿਡ ਟੈਕਸ ਲਗਾਉਂਦੇ ਹਨ। ਅਮਰੀਕੀ ਆਰਥਿਕ ਕੌਂਸਲ ਦੇ ਡਾਇਰੈਕਟਰ ਕੈਵਿਨ ਨੇ ਕਿਹਾ ਕਿ ਮੈਂ ਦੇਖ ਰਿਹਾ ਹਾਂ ਕਿ ਬਾਜ਼ਾਰ ਉਮੀਦ ਕਰ ਰਿਹਾ ਹੈ ਕਿ ਵੱਡੇ ਟੈਰਿਫ ਕੁਝ ਹੀ ਦੇਸ਼ਾਂ ਤੇ ਲਗਾਏ ਜਾਣਗੇ। ਸੋ ਟੈਰਿਫ ਦਾ ਅਸਰ ਅਮਰੀਕਾ ਤੇ ਹੋਰ ਦੇਸ਼ਾਂ ਦੋਹਾਂ ਤੇ ਪਵੇਗਾ। ਇਹ ਨਹੀਂ ਹੈ ਕਿ ਅਗਰ ਅਮਰੀਕਾ ਦੂਸਰੇ ਦੇਸ਼ਾਂ ਤੇ ਟੈਕਸ ਲਗਾਏਗਾ ਤੇ ਇਸ ਦਾ ਅਸਰ ਸਿਰਫ ਦੂਸਰੇ ਮੁਲਕ ਤੇ ਪਏਗਾ, ਇਸ ਦਾ ਅਸਰ ਅਮਰੀਕਾ ਤੇ ਵੀ ਪਏਗਾ, ਕਿਉਂਕਿ ਅਮਰੀਕਾ ਦੇ ਵਿੱਚ ਵੀ ਮਹਿੰਗਾਈ ਵੱਧ ਸਕਦੀ ਹੈ। ਇਸ ਤੋਂ ਇਲਾਵਾ ਅਰਥ ਸ਼ਾਸਤਰੀਆਂ ਦੇ ਅਨੁਸਾਰ ਟੈਰਿਫ ਲੱਗਣ ਦੇ ਨਾਲ ਅਮਰੀਕੀ ਉਪਭੋਗਤਾਵਾਂ ਲਈ ਚੀਜ਼ਾਂ ਦੀ ਕੀਮਤ ਵੱਧ ਜਾਵੇਗੀ ਅਤੇ ਅਮਰੀਕੀ ਕੰਪਨੀਆਂ ਦੀ ਉਤਪਾਦਨ ਲਾਗਤ ਵੀ ਵਧੇਗੀ। ਹੋਰ ਦੇਸ਼ ਜਵਾਬੀ ਤੌਰ ਤੇ ਟੈਰਿਫ ਵੀ ਲਗਾ ਸਕਦੇ ਨੇ ਅਤੇ ਲਗਾਉਣਗੇ, ਜਿਸ ਨਾਲ ਅਮਰੀਕੀ ਨਿਰਯਾਤਕ ਨੂੰ ਵੀ ਨੁਕਸਾਨ ਪਹੁੰਚੇਗਾ। ਮੂਡੀਜ਼ ਐਨਾਲਿਸਟਿਕ ਦੇ ਅਨੁਸਾਰ ਟੈਰਿਫ ਕਾਰਨ ਅਗਲੇ ਸਾਲ
ਅਮਰੀਕੀ ਆਰਥਿਕਤਾ 'ਚ 0.6% ਦੀ ਗਿਰਾਵਟ ਆ ਸਕਦੀ ਹੈ ਅਤੇ ਅੰਦਾਜ਼ਨ 2 ਲੱਖ ਤੋਂ ਵੱਧ ਨੌਕਰੀਆਂ ਖਤਮ ਹੋ ਸਕਦੀਆਂ ਹਨ। ਮੂਡੀਜ਼ ਨੇ ਇਹ ਵੀ ਦੱਸਿਆ ਕਿ ਕੈਨੇਡਾ ਅਤੇ ਮੈਕਸੀਕੋ ਆਪਣੇ ਆਯਾਤ ਲਈ ਅਮਰੀਕਾ ਦੀ ਮਾਰਕੀਟ ਤੇ ਵਧੇਰੇ ਨਿਰਭਰ ਹਨ, ਇਸ ਲਈ ਉਹਨਾਂ ਨੂੰ ਵੀ ਇਸ ਟੈਰਿਫ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ ਅਤੇ ਉਹਨਾਂ ਦੇ ਮੰਦੀ ਦਾ ਫਸਣ ਦਾ ਅਸਾਰ ਵੱਧ ਜਾਣਗੇ। ਸੋ ਫਿਲਹਾਲ ਕੈਨੇਡਾ ਦੇ ਵਿੱਚ ਹਾਲਾਤ ਕੁਝ ਹਲੇ ਵੀ ਬਦਤਰ ਨੇ, ਮਤਲਬ ਸਹੀ ਨਹੀਂ ਹੋਏ ਨੇ, ਪਰ ਉਸ ਦੇ ਉੱਪਰ ਟੈਰਿਫ ਲੱਗ ਜਾਣਾ ਇਹ ਉਸ ਦੀ ਹਾਲਾਤ ਨੂੰ ਹੋਰ ਵੀ ਜ਼ਿਆਦਾ ਨੁਕਸਾਨ ਪਹੁੰਚਾ ਸਕਦੇ ਨੇ। ਪਰ ਹੁਣ ਅਗਰ ਇਹ ਟੈਰਿਫ ਯੁੱਧ ਸ਼ੁਰੂ ਹੁੰਦਾ ਹੈ ਤੇ ਅਗਰ ਸਾਰੇ ਮੁਲਕ ਇੱਕ ਦੂਸਰੇ ਦੀ ਟੈਰਿਫ ਲਗਾਉਣਗੇ, ਇਸੇ ਤਰੀਕੇ ਦੇ ਨਾਲ ਅਮਰੀਕਾ ਅਗਰ ਉਹਨਾਂ ਦੇ ਟੈਰਿਫ ਨੂੰ ਵਧਾਏਗਾ ਤਾਂ ਅਰਥ ਵਿਵਸਥਾ ਜੋ ਹੈ ਹਿਲ ਜਾਏਗੀ, ਬਾਕੀ ਦੇਸ਼ਾਂ ਦੇ ਵਿੱਚ ਵੀ ਮਹਿੰਗਾਈ ਵਧੇਗੀ, ਜਿਸ ਨਾਲ ਅਮਰੀਕਾ ਦਾ ਟੈਰਿਫ ਯੁੱਧ ਚੱਲ ਰਿਹਾ ਹੈ। ਸੋ ਅਮਰੀਕਾ ਦੇ ਵਿੱਚ ਵੀ ਇਸ ਦਾ ਵੱਡਾ ਅਸਰ ਦੇਖਣ ਨੂੰ ਮਿਲੇਗਾ। ਪਰ ਹੁਣ ਇਹ ਦੇਖਣਾ ਹੋਏਗਾ ਕਿ 2 ਅਪ੍ਰੈਲ ਤੋਂ ਟੈਰਿਫ ਲਗਾਉਣ ਤੋਂ ਬਾਅਦ ਆਖਰ ਉਸ ਤੋਂ ਬਾਅਦ ਜੋ ਡੋਨਾਲਡ ਟਰੰਪ ਐਲਾਨ ਕਰਨਗੇ ਟੈਰਿਫ ਨੂੰ ਲੈ ਕੇ, ਉਹ ਕੀ ਐਲਾਨ ਹੋਏਗਾ ਕਿ ਉਹ ਸੱਚੀ ਵਿੱਚ ਰਾਹਤ ਦੇਣ ਵਾਲੇ ਨੇ ਤੇ ਉਹਨਾਂ ਦੇਸ਼ਾਂ ਵਿੱਚ ਕਿਹੜੇ-ਕਿਹੜੇ ਦੇਸ਼ ਸ਼ਾਮਲ ਹੋਣਗੇ। ਸੋ ਡੋਨਾਲਡ ਟਰੰਪ ਦੀ ਪ੍ਰਕਿਰਿਆ ਇਮੀਗ੍ਰੇਸ਼ਨ ਨੂੰ ਲੈ ਕੇ ਕਾਫੀ ਜ਼ਿਆਦਾ ਤੇਜ਼ ਹੈ और इस तेज प्रक्रिया ਦੇ ਵਿੱਚ ਡੋਨਾਲਡ ਟਰੰਪ लगातार सख्ती करते हुए नजर आ रहे हैं। इस ਵਿੱਚ ग्रीन कार्ड धारक होण, H1B ਵੀਜ਼ਾ धारक ਹੋਣ, स्टूडेंट ਵੀਜ਼ਾ ਵਾਲੇ ਹੋਣ ਜਾਂ ਫਿਰ ਕੋਈ ਵੀ ਵੀਜ਼ਾ धारक ਕਿਉਂ ਨਾ ਹੋਵੇ, ਹਰ ਕਿਸੇ ਦੇ ਮਨ ਦੇ ਵਿੱਚ ਅੱਜ ਚਿੰਤਾ ਬਣੀ ਹੋਈ ਹੈ ਅਤੇ ਉਹਨਾਂ ਦੇ ਉੱਪਰ ਸੰਕਟ ਦਾ ਮਾਹੌਲ ਵੀ ਬਣਿਆ ਹੋਇਆ ਹੈ, ਯਾਨੀ ਕਿ ਇੱਕ ਮੁਸ਼ਕਲ ਬਣੀ ਹੋਈ ਹੈ। ਸੋ ਕਿਸੇ ਵੀ ਸਮੇਂ ਕੋਈ ਵੀ ਦਿੱਕਤ ਆ ਸਕਦੀ ਹੈ ਕਿਉਂਕਿ ਇਮੀਗ੍ਰੇਸ਼ਨ ਨੂੰ ਲੈ ਕੇ ਕੀ ਨਵਾਂ ਨਿਯਮ ਲਾਗੂ ਹੋ ਜਾਵੇ ਇਸ ਬਾਰੇ ਕੋਈ ਪਤਾ ਨਹੀਂ ਹੈ। H1B ਵੀਜ਼ਾ ਧਾਰਕਾਂ ਨੂੰ ਵੀ ਅਪੀਲ ਕੀਤੀ ਗਈ ਸੀ, ਗ੍ਰੀਨ ਕਾਰਡ ਧਾਰਕਾਂ ਨੂੰ ਵੀ ਅਪੀਲ ਕੀਤੀ ਗਈ ਸੀ ਕਿ ਉਹ ਕੁਝ सोच समझ के ही अमेरिका तो बाहर जाने का फैसला लैन, अगर बहुत ज़रा जरूरी है फिर ही अमेरिका तो बाहर जान, वैसे अमेरिका तो बाहर ना जान। सो ग्रीन कार्ड नूं लैके उत्ते हाले भी बहुत सारे लोग इंतजार कर रहे हैं अपने ग्रीन कार्ड का, और हुण ये बहुत मुश्किल हो चुका है इसनूं हासिल करना, यानी कि ग्रीन कार्ड नूं हासिल करना उन्हां लोकां लई हुण सुपना भी रह सकता है जो इसनूं लैके इसकी उड़ीक कर रहे हैं, जिन्हां ने अपनी अर्जियां दित्तियां ने, क्योंकि डोनाल्ड ट्रंप हुण ग्रीन कार्ड बहुत ही घट कीमत दे विच देण वाले ने, यानी कि बहुत ही थोड़े लोगों ਨੂੰ ਇਸ ਨੂੰ ਇਹ ਮਿਲੇਗਾ ਅਤੇ ਕਈ ਲੋਕ ਇਸ ਤੋਂ ਵਾਂਝੇ ਵੀ ਰਹਿ ਸਕਦੇ ਨੇ ਅਤੇ ਉਹਨਾਂ ਲੋਕਾਂ ਦੇ ਸੁਪਨੇ ਟੁੱਟ ਵੀ ਸਕਦੇ ਨੇ। ਸੋ ਟਰੰਪ ਪ੍ਰਸ਼ਾਸਨ ਨੇ ਕੁਝ ਗ੍ਰੀਨ ਕਾਰਡ ਅਰਜ਼ੀਆਂ ਨੂੰ ਅਸਥਾਈ ਤੌਰ ਤੇ ਰੋਕ ਦਿੱਤਾ ਹੈ, ਮੁੱਖ ਤੌਰ ਤੇ ਸ਼ਰਨਾਰਥੀਆਂ ਅਤੇ ਸ਼ਰਨ ਲੈਣ ਵਾਲਿਆਂ ਤੋਂ। ਸੋ US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਦਾ ਇਹ ਕਹਿਣਾ ਹੈ ਕਿ ਇਹ ਕਦਮ ਜਨਵਰੀ ਦੇ ਕਾਰਜਕਾਰੀ ਆਦੇਸ਼ ਦੀ ਪਾਲਣਾ ਕਰਦਾ ਹੈ, ਜਿਸ ਦਾ ਉਦੇਸ਼ ਹੈ ਸੁਰੱਖਿਆ जोखम ਮੰਨੇ ਜਾਣ ਵਾਲੇ ਖੇਤਰਾਂ ਤੋਂ ਪ੍ਰਵਾਸੀਆਂ ਦੀ ਜਾਂਚ ਵਧਾਉਣਾ ਹੈ, यानी कि ਉੱਥੇ ਉਹਨਾਂ ਪ੍ਰਵਾਸੀਆਂ ਲਈ ਜਾਂਚ ਪੜਤਾਲ ਕਰਨਾ ਹੈ, ਛਾਪੇਮਾਰੀ ਕਰਕੇ ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਲੈਣਾ ਹੈ। ਆਲੋਚਕਾਂ ਦਾ ਕਹਿਣਾ ਹੈ ਕਿ ਸ਼ਰਨਾਰਥੀਆਂ ਅਤੇ ਸ਼ਰਨ ਲੈਣ ਵਾਲਿਆਂ ਦੀ ਪਹੁੰਚਣ ਤੋਂ ਪਹਿਲਾਂ ਹੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇਗੀ। ਇਹ ਅਸਪਸ਼ਟ ਹੈ ਕਿ ਇਹ ਰੋਕ ਕਿੰਨੀ ਦੇਰ ਤੱਕ ਰਹੇਗੀ। फिलहाल ਦੇ ਲਈ ਤਾਂ रोक लगा दी गई है, पर इसकी मियाद कितनी है या कितने समय तक है इस बारे कोई भी जानकारी नहीं है। सो इस तो अलावा वाइट हाउस ने डिपार्टमेंट ऑफ होमलैंड सिक्योरिटी यानी DHS ਦੇ ਅੰਦਰ 3 ਨਿਗਰਾਨੀ ਦਫ਼ਤਰਾਂ ਨੂੰ ਵੀ ਖਤਮ ਕਰ ਦਿੱਤਾ ਹੈ, ਜਿਨ੍ਹਾਂ ਵਿੱਚ ਨਾਗਰਿਕ ਅਧਿਕਾਰ ਦਫ਼ਤਰ ਅਤੇ ਇਮੀਗ੍ਰੇਸ਼ਨ ਹਿਰਾਸਤ ਅਤੇ ਕਾਨੂੰਨੀ ਨੀਤੀ ਤੇ ਕੇਂਦਰਿਤ 2 ਲੋਕਪਾਲ ਇਕਾਈਆਂ ਸ਼ਾਮਲ ਹਨ। 100 ਤੋਂ ਵੱਧ ਸਟਾਫ ਨੇ ਆਪਣੀਆਂ ਨੌਕਰੀਆਂ ਗਵਾ ਦਿੱਤੀਆਂ ਨੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਦਮ ਲਾਗੂ ਕਰਨ ਨੂੰ ਸੁਚਾਰੂ ਬਣਾਉਣ ਲਈ ਹੈ, ਪਰ ਆਲੋਚਕਾਂ ਦਾ ਕਹਿਣਾ ਹੈ ਕਿ ਇਹ ਪ੍ਰਸ਼ਾਸਨ ਦੀਆਂ ਸਖਤ ਇਮੀਗ੍ਰੇਸ਼ਨ ਰਣਨੀਤੀਆਂ ਦੀ ਜਾਂਚ ਨੂੰ ਰੋਕਣ ਦੀ ਇੱਕ ਸਪਸ਼ਟ ਕੋਸ਼ਿਸ਼ ਵੀ ਹੈ। ਦਫ਼ਤਰਾਂ ਦੇ ਵਿੱਚ ਕਿਹਾ ਗਿਆ ਕਿ ਮੈਕਸੀਕੋ ਵਿੱਚ ਰਹੋ ਇਹਨਾਂ ਵਰਗੀਆਂ ਵਿਵਾਦਪੂਰਨ ਨੀਤੀਆਂ ਦੀ ਜਾਂਚ ਕੀਤੀ ਸੀ ਅਤੇ DHS ਦੇ ਅੰਦਰ ਨਾਗਰਿਕ ਅਧਿਕਾਰਾਂ ਦੀ ਰੱਖਿਆ ਵੀ ਕੀਤੀ ਸੀਗੀ। ਸੋ ਹੁਣ ਇਸ ਤੋਂ ਬਾਅਦ ਨਵੇਂ ਐਲਾਨ ਦਾ ਵੇਟ ਕੀਤਾ ਜਾਏਗਾ ਕਿ ਕਦੋਂ ਡੋਨਾਲਡ ਟਰੰਪ ਦਾ ਨਵਾਂ ਐਲਾਨ ਆਏਗਾ। ਹੁਣ ਜਿਹੜੇ ਯੂਰੋਪੀ ਸੈਲਾਨੀ ਨੇ ਨਾ ਉਹਨਾਂ ਦੇ ਵਿੱਚ ਹਿਰਾਸਤ ਦਾ ਡਰ ਪੈਦਾ ਹੋ ਚੁੱਕਿਆ ਹੈ। ਇਹ ਸਭ ਚੀਜ਼ਾਂ ਯੂਰੋਪੀ ਸੈਲਾਨੀਆਂ ਦੇ ਵਿੱਚ ਇੱਕ ਡਰ ਪੈਦਾ ਕਰ ਰਹੀਆਂ ਨੇ ਕਿ ਉਹਨਾਂ ਨੂੰ ਕਦੇ ਵੀ ਹਿਰਾਸਤ ਵਿੱਚ ਲਿਆ ਜਾ ਸਕਦਾ ਹੈ। ਅਮਰੀਕੀ ਯਾਤਰਾ ਉਦਯੋਗ ਨੂੰ ਨੁਕਸਾਨ ਪਹੁੰਚਾਉਂਦੀ ਹੈ ਇਹ ਨੀਤੀ। ਇਸ ਤੋਂ ਇਲਾਵਾ ਯੂਰੋਪੀ ਯਾਤਰੀਆਂ ਨੂੰ ਅਮਰੀਕੀ ਸਰਹੱਦਾਂ ਤੇ ਕਈ ਵਾਰ ਹਫ਼ਤਿਆਂ ਲਈ ਵੈਧ ਵੀਜ਼ਾ ਜਾਂ ਪਰਮਿਟ ਹੋਣ ਦੇ ਬਾਵਜੂਦ ਵੀ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ। ਮਾਮਲਿਆਂ ਦੇ ਵਿੱਚ ਜਰਮਨੀ, ਵੇਲਜ਼ ਅਤੇ ਕੈਨੇਡਾ ਦੇ ਸੈਲਾਨੀ ਸ਼ਾਮਲ ਹਨ। ਸੋ ਕੈਨੇਡਾ ਤੋਂ ਆਉਣ ਵਾਲੇ ਕੈਨੇਡੀਅਨਸ ਤੇ ਵੀ ਭਾਰੀ ਇਜਾਜ਼ਤ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਉਹਨਾਂ ਨੂੰ ਵੀ ਰੋਕਿਆ ਜਾ ਰਿਹਾ ਹੈ। ਇਸ ਕਰਕੇ ਕੈਨੇਡੀਅਨਸ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਅਮਰੀਕਾ ਤੋਂ ਜਾਣ ਤੋਂ ਪਰਹੇਜ਼ ਕਰਨ ਅਤੇ ਅਮਰੀਕਾ ਅਗਰ ਜਾ ਰਹੇ ਨੇ ਤਾਂ ਆਪਣੇ ਸਮੇਂ ਤੋਂ ਪਹਿਲਾਂ ਹੀ ਵਾਪਸ ਕੈਨੇਡਾ ਪੁੱਜ ਜਾਣ। ਜਿਨ੍ਹਾਂ ਵਿੱਚ ਬਹੁਤਿਆਂ ਦਾ ਇਹ ਕਹਿਣਾ ਹੈ ਕਿ ਉਹਨਾਂ ਨੂੰ ਇਹ ਨਹੀਂ ਦੱਸਿਆ ਗਿਆ, ਯਾਨੀ ਕਿ ਜਿਨ੍ਹਾਂ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀਗਾ ਉਹਨਾਂ ਦਾ ਇਹ ਕਹਿਣਾ ਕਿ ਉਹਨਾਂ ਨੂੰ ਇਹ ਵੀ ਨਹੀਂ ਦੱਸਿਆ ਗਿਆ ਕਿ ਉਹਨਾਂ ਨੂੰ ਕਿਉਂ ਰੱਖਿਆ ਗਿਆ ਸੀਗਾ, ਜਦ ਕਿ ਉਹਨਾਂ ਦੇ ਕੋਲ ਸਭ ਕੁਝ ਸੀਗਾ। ਯੂਨੀਵਰਸਿਟੀਆਂ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਸਟਾਫ ਨੂੰ ਯਾਤਰਾ ਤੋਂ ਬਚਣ ਦੀ ਸਲਾਹ ਦੇ ਰਹੀਆਂ ਹਨ।
2025 ਦੀ ਇੱਕ ਭਵਿੱਖਬਾਣੀ ਵਿੱਚ ਕੈਨੇਡੀਅਨ ਸੈਲਾਨੀਆਂ ਵਿੱਚ 15% ਦੀ ਗਿਰਾਵਟ ਅਤੇ ਅਮਰੀਕੀ ਯਾਤਰਾ ਖਰਚ ਵਿੱਚ 64 ਬਿਲੀਅਨ ਡਾਲਰ ਤੱਕ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ ਅਤੇ ਦੇਖਿਆ ਜਾ ਸਕਦਾ ਹੈ ਕਿ ਇਸ ਉੱਤੇ ਕੰਮ ਹੋ ਵੀ ਰਿਹਾ ਹੈ। ਜੇ ਮੈਂ ਯਾਤਰੀਆਂ ਦੀ ਯਾਤਰਾ ਦੀ ਗੱਲ ਕਰਾਂ ਤਾਂ ਕੈਨੇਡਾ ਤੋਂ ਅਮਰੀਕਾ ਦੀ ਯਾਤਰਾ ਦੇ ਵਿੱਚ 75% ਦਾ ਫਰਕ ਨਜ਼ਰ ਆ ਰਿਹਾ ਹੈ, ਕਿਉਂਕਿ ਬਹੁਤ ਸਾਰੇ ਕੈਨੇਡੀਅਨਸ ਹੁਣ ਅਮਰੀਕਾ ਜਾਣ ਤੋਂ ਪਰਹੇਜ਼ ਕਰ ਰਹੇ ਨੇ ਅਤੇ ਕੋਈ ਹੀ ਹੈ ਜੋ ਅਮਰੀਕਾ ਜਾ ਰਿਹਾ ਹੈ, ਜਿਨ੍ਹਾਂ ਦੇ ਕੋਈ ਕਰੀਬੀ ਉੱਥੇ ਰਹਿ ਰਹੇ ਨੇ ਉਹਨਾਂ ਨੂੰ ਮਿਲਣ ਵਾਸਤੇ। ਨਹੀਂ ਤਾਂ ਪਹਿਲੇ ਸਮੇਂ ਵਿੱਚ ਅਮਰੀਕਾ ਜਾਣਾ ਬਹੁਤ ਸੌਖਾ ਹੁੰਦਾ ਸੀ, ਇਸ ਕਰਕੇ ਇਸ ਮੁਲਕ ਤੋਂ ਯਾਨੀ ਕੈਨੇਡਾ ਤੋਂ ਅਮਰੀਕਾ ਤੋਂ ਆਵਾਜਾਈ ਕਾਫੀ ਜ਼ਿਆਦਾ ਲੱਗੀ ਰਹਿੰਦੀ ਸੀ। ਪਰ ਟਰੰਪ ਪ੍ਰਸ਼ਾਸਨ ਦੇ ਕੁਝ ਆਦੇਸ਼ ਜਾਰੀ ਕਰਨ ਤੋਂ ਬਾਅਦ ਇਸ ਵਿੱਚ ਕਾਫੀ ਜ਼ਿਆਦਾ ਫਰਕ ਦੇਖਣ ਨੂੰ ਮਿਲ ਰਿਹਾ ਹੈ। ਸੋ ਡੋਨਾਲਡ ਟਰੰਪ ਨੇ ਇਸ ਤੋਂ ਪਹਿਲਾਂ ਇਮੀਗ੍ਰੇਸ਼ਨ ਨਿਯਮ ਨੂੰ ਲੈ ਕੇ ਕਾਫੀ ਜ਼ਿਆਦਾ ਸਖਤੀ ਕੀਤੀ ਹੈ, ਯਾਨੀ ਕਿ ਇसी ਸਖਤੀ ਦੇ ਵਿੱਚ ਡੋਨਾਲਡ ਟਰੰਪ ਨੇ ਇੱਕ ਐਲਾਨ ਕੀਤਾ ਸੀ। ਡੋਨਾਲਡ ਟਰੰਪ ਨੇ ਕੁਝ ਦੇਸ਼ਾਂ ਦੀ ਸੂਚੀ ਜਾਰੀ ਕੀਤੀ ਸੀ ਜਿਨ੍ਹਾਂ ਦੇ ਉੱਤੇ ਅਮਰੀਕਾ ਆਉਣ ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਸੀ ਔਰ ਇਨ੍ਹਾਂ ਮੁਲਕਾਂ ਨੂੰ ਲੈ ਕੇ ਇੱਕ ਹੋਰ ਆਦੇਸ਼ ਜਾਰੀ ਕਰ ਦਿੱਤਾ ਗਿਆ। ਫਿਲਹਾਲ ਡੋਨਾਲਡ ਟਰੰਪ ਦੀ ਅਸੀਂ ਗੱਲ ਕਰੀਏ ਤਾਂ ਉਹ ਕਈ ਵਾਰ ਐਸੇ ਆਦੇਸ਼ ਜਾਰੀ ਕਰ ਦਿੰਦੇ ਨੇ ਜਿਸ ਨੂੰ ਬਾਅਦ ਵਿੱਚ ਖੁਦ ਢਿੱਲਾ ਕਰ ਦਿੰਦੇ ਨੇ, ਯਾਨੀ ਉਸ ਨੂੰ ਨਰਮ ਪਾ ਦਿੰਦੇ ਨੇ ਔਰ ਇਸ ਨਰਮੀ ਦੇ ਬਾਵਜੂਦ ਇਸ ਵਿੱਚ ਰਾਹਤ ਦੇ ਦਿੰਦੇ ਨੇ। ਇੱਕ ਵਾਰ ਫਿਰ ਤੋਂ ਡੋਨਾਲਡ ਟਰੰਪ ਨੇ ਕੁਝ ਐਸਾ ਹੀ ਕੀਤਾ ਹੈ। ਪਹਿਲਾਂ ਉਹਨਾਂ ਨੇ 3 ਸੂਚੀਆਂ ਤਿਆਰ ਕੀਤੀਆਂ ਜਿਸ ਵਿੱਚ ਔਰੇਂਜ, ਰੈੱਡ ਅਤੇ ਯੈਲੋ ਸੂਚੀ ਤਿਆਰ ਕੀਤੀ ਗਈ। ਇਹਨਾਂ ਸੂਚੀਆਂ ਵਿੱਚ ਕੁਝ ਮੁਲਕਾਂ ਨੂੰ ਸ਼ਾਮਲ ਕੀਤਾ ਗਿਆ ਜਿਨ੍ਹਾਂ ਦੇ ਉੱਤੇ ਅਮਰੀਕਾ ਤੇ ਪੂਰਨ ਪਾਬੰਦੀ ਸੀ ਅਤੇ ਕਈ ਮੁਲਕ ਐਸੇ ਸੀ ਜਿਨ੍ਹਾਂ ਦੇ ਕਾਰੋਬਾਰੀਆਂ ਨੂੰ ਇਜਾਜ਼ਤ ਸੀਗੀ ਅਤੇ ਕਈ ਮੁਲਕ ਐਸੇ ਸੀ ਜਿਨ੍ਹਾਂ ਦੇ ਵਿੱਚ ਕੁਝ ਹੀ ਲੋਕ ਆ ਸਕਦੇ ਸੀ। ਪਰ ਹੁਣ ਇਹਨਾਂ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ। ਇਸ ਵਿੱਚ ਕਿਹਾ ਜਾ ਰਿਹਾ ਹੈ ਕਿ ਡੋਨਾਲਡ ਟਰੰਪ ਵੱਲੋਂ ਹੁਣ ਇਹਨਾਂ ਮੁਲਕਾਂ ਨੂੰ ਰਾਹਤ ਦੇ ਦਿੱਤੀ ਗਈ ਹੈ। ਇੱਕ ਹਿਸਾਬ ਦੀ ਕਵਾਂ ਤੇ ਇੱਕ ਚੇਤਾਵਨੀ ਦੇ ਦਿੱਤੀ ਗਈ ਹੈ, ਸੁਧਰਨ ਦਾ ਮੌਕਾ ਦਿੱਤਾ ਗਿਆ ਹੈ। ਬਹੁਤ ਸਾਰੇ ਦੇਸ਼ ਇਸ ਵਿੱਚ ਸ਼ਾਮਲ ਸੀ ਜਿਸ ਵਿੱਚ 43 ਦੇਸ਼ਾਂ ਦੀ ਸੂਚੀ ਸਾਹਮਣੇ ਆਈ ਸੀ, ਯਾਨੀ ਕਿ 43 ਮੁਲਕਾਂ ਦੇ ਲੋਕਾਂ ਦਾ ਅਮਰੀਕਾ ਵਿੱਚ ਦਾਖਲਾ ਬੰਦ ਕਰਨ ਦੀ ਯੋਜਨਾ ਟਰੰਪ ਸਰਕਾਰ ਵੱਲੋਂ ਫਿਲਹਾਲ ਹੁਣ ਟਾਲ ਦਿੱਤੀ ਗਈ ਹੈ। ਪਹਿਲਾਂ ਇਹਨਾਂ ਦੇ ਉੱਤੇ ਪੂਰਨ ਤਰੀਕੇ ਨਾਲ ਪਾਬੰਦੀ ਲਗਾ ਦਿੱਤੀ ਗਈ ਸੀ, ਇਹਨਾਂ ਦੇ ਦਾਖਲਾ ਬੰਦ ਕਰ ਦਿੱਤਾ ਗਿਆ ਸੀ, ਪਰ ਹੁਣ ਇਸ ਨੂੰ ਦੁਬਾਰਾ ਤੋਂ ਟਾਲ ਦਿੱਤਾ ਗਿਆ। ਮੀਡੀਆ ਰਿਪੋਰਟਾਂ ਦੇ ਮੁਤਾਬਕ ਅਮਰੀਕਾ ਦੇ ਵਿਦੇਸ਼ ਵਿਭਾਗ ਵੱਲੋਂ ਪਾਬੰਦੀ ਵਾਸਤੇ ਲਾਜ਼ਮੀ ਸਿਫਾਰਸ਼ਾਂ ਦਾਖਲ ਕਰਨ ਵਿੱਚ ਅਸਫਲ ਰਹਿਣ ਤੇ ਮਾਮਲਾ ਲਟਕਦਾ ਨਜ਼ਰ ਆ ਰਿਹਾ ਹੈ। ਸੋ ਟਰੰਪ ਸਰਕਾਰ ਵੱਲੋਂ पहले पड़ाव तहत यानी कि जो पहला पड़ाव यानी पहली सूची आई सी उस विच अफगानिस्तान, ईरान, सीरिया, क्यूबा ਅਤੇ उत्तर कोरिया सने 10 ਹੋਰ ਮੁਲਕ ਸ਼ਾਮਲ ਸੀ। ਇਹਨਾਂ ਮੁਲਕਾਂ ਦੇ ਨਾਲ ਸੰਬੰਧਿਤ ਲੋਕਾਂ ਦੇ ਵੀਜ਼ਾ ਰੱਦ ਕਰਨ ਦਾ ਐਲਾਨ ਕੀਤਾ ਗਿਆ ਸੀ, ਜਦ ਕਿ ਦੂਸਰਾ ਪੜਾਅ ਜਿਸ ਦੇ ਤਹਿਤ ਹੈਤੀ, ਲਾਓਸ, ਮਿਆਂਮਾਰ ਅਤੇ ਦੱਖਣੀ ਸੁਡਾਨ ਵਰਗੇ ਮੁਲਕਾਂ ਦੇ ਲੋਕਾਂ ਨੂੰ ਰੋਕਣ ਦੀ ਯੋਜਨਾ ਐਲਾਨੀ ਗਈ ਸੀ। ਇਸ ਤੋਂ ਬਾਅਦ ਤੀਸਰਾ ਪੜਾਅ ਜੋ ਆਉਂਦਾ ਹੈ ਸਭ ਤੋਂ ਅਹਿਮ ਮੰਨਿਆ ਗਿਆ ਸੀ, ਜਿਸ ਤਹਿਤ ਪਾਕਿਸਤਾਨ, ਬੈਲਾਰੂਸ ਅਤੇ ਤੁਰਕਮੈਨਿਸਤਾਨ ਵਰਗੇ 26 ਮੁਲਕਾਂ ਨਾਲ ਸੰਬੰਧਿਤ ਲੋਕਾਂ ਨੂੰ ਵੀਜ਼ਾ ਜਾਰੀ ਕਰਨ ਤੇ ਆਰਜ਼ੀ ਰੋਕ ਲਾਉਣ ਦੀ ਤਿਆਰੀ ਕੀਤੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਬਾਅਦ ਵਿੱਚ ਰੂਸ ਨੂੰ ਵੀ ਸੂਚੀ ਵਿੱਚ ਸ਼ਾਮਲ ਕਰ ਦਿੱਤਾ ਗਿਆ, ਪਰ ਹੁਣ ਇਹਨਾਂ ਮੁਲਕਾਂ ਨੂੰ ਆਪਣੇ ਹਾਲਾਤ ਵਿੱਚ ਸੁਧਾਰ ਕਰਨ ਲਈ 60 ਦਿਨਾਂ ਦੀ ਮੋਹਲਤ ਦਿੱਤੀ ਗਈ ਹੈ, ਯਾਨੀ ਕਿ 2 ਮਹੀਨੇ ਦਾ ਟਾਈਮ ਇਹਨਾਂ ਦੇਸ਼ਾਂ ਨੂੰ ਮਿਲ ਚੁੱਕਿਆ ਹੈ। ਅਗਰ ਇਹ ਆਪਣੇ 'ਚ ਸੁਧਾਰ ਕਰਦੇ ਤਾਂ ਠੀਕ ਨੇ, ਅਗਰ ਕੋਈ ਸੁਧਾਰ ਨਹੀਂ ਹੁੰਦਾ यानी कि कुछ भी नहीं चेंजेस नज़र आते तो इन्हां ते फिर तो टैक्स लगाया जा सकता है। जे फिर भी कमियां दूर ना होईयां यानी कि इस मोहलत तो बाद ਤਾਂ ਸੰਬੰਧਿਤ ਮੁਲਕਾਂ ਨੂੰ ਸੂਚੀ ਵਿੱਚ ਬਰਕਰਾਰ ਰੱਖਿਆ ਜਾਵੇਗਾ, ਯਾਨੀ ਕਿ ਇਹਨਾਂ ਨੂੰ ਸੂਚੀ ਤੋਂ ਬਾਹਰ ਨਹੀਂ ਕੱਢਿਆ ਜਾਵੇਗਾ। ਫਿਲਹਾਲ ਇਹਨਾਂ ਮੁਲਕਾਂ ਦੇ ਲਈ ਇੱਕ ਮੌਕਾ ਹੈ ਕਿ ਇਸ ਸੂਚੀ ਤੋਂ ਬਾਹਰ ਰਹਿ ਸਕਣ ਅਤੇ ਇੱਥੋਂ ਦੇ ਨਾਗਰਿਕ ਯਾਨੀ ਇਹਨਾਂ ਮੁਲਕਾਂ ਦੇ ਨਾਗਰਿਕ ਅਮਰੀਕਾ ਵਿੱਚ ਆ ਸਕਣ। ਸੋ ਚੇਤੇ ਰਹੇ ਕਿ ਡੋਨਾਲਡ ਟਰੰਪ ਵੱਲੋਂ ਆਪਣੇ ਪਹਿਲੇ ਕਾਰਜਕਾਲ ਦੌਰਾਨ ਮੁਸਲਮਾਨਾਂ ਦੀ ਬਹੁ ਗਿਣਤੀ ਵਾਲੇ 7 ਮੁਲਕਾਂ ਉੱਤੇ ਵੀਜ਼ਾ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਸੀ। ਸੋ ਹੁਣ ਦੂਸਰੇ ਕਾਰਜਕਾਲ ਦੌਰਾਨ ਵੀ ਉਹਨਾਂ ਨੇ ਬਹੁਤ ਸਾਰੇ ਮੁਲਕਾਂ ਦੇ ਉੱਤੇ ਜਿਸ ਵਿੱਚ ਬਹੁ ਗਿਣਤੀ ਮੁਸਲਮਾਨ ਹੀ ਸ਼ਾਮਲ ਨੇ ਉਹਨਾਂ ਮੁਲਕਾਂ ਤੇ ਪਾਬੰਦੀ ਲਗਾ ਦਿੱਤੀ ਗਈ ਸੀ ਔਰ ਹੁਣ ਦੁਬਾਰਾ ਤੋਂ ਆਪਣੇ ਦੂਸਰੇ ਕਾਰਜਕਾਲ ਦੇ ਵਿੱਚ ਉਹਨਾਂ ਨੇ ਕੁਝ ਰਾਹਤ ਦਿੱਤੀ ਹੈ, ਯਾਨੀ 60 ਦਿਨ ਦਾ ਟਾਈਮ ਦਿੱਤਾ ਹੈ। ਮਾਹਰਾਂ ਦਾ ਇੱਥੇ ਕਹਿਣਾ ਹੈ ਕਿ ਅਮਰੀਕਾ ਪੁੱਜ ਰਹੇ ਸੈਲਾਨੀਆਂ ਦੀ ਗਿਣਤੀ ਵਿੱਚ ਵੱਡੀ ਕਟੌਤੀ ਨੂੰ ਵੇਖਦਿਆਂ ਫਿਲਹਾਲ ਪਾਬੰਦੀ ਵਾਲਾ ਫੈਸਲਾ ਟਾਲਣਾ ਹੀ ਬਿਹਤਰ ਕਦਮ ਸਾਬਤ ਹੋਵੇਗਾ। ਇਮੀਗ੍ਰੇਸ਼ਨ ਅਤੇ ਕਸਟਮਸ ਇਨਫੋਰਸਮੈਂਟ ਮਹਿਕਮੇ ਵੱਲੋਂ ਮੁਲਕ ਵਿੱਚ ਥਾਂ-ਥਾਂ ਤੇ ਮਾਰੇ ਜਾ ਰਹੇ ਛਾਪਿਆਂ ਅਤੇ ਇਮੀਗ੍ਰੇਸ਼ਨ ਦਸਤਾਵੇਜ਼ਾਂ ਵਿੱਚ ਮਾਮਲੇ ਨੁਕਸ ਹੋਣ ਤੇ ਕੀਤੀ ਜਾ ਰਹੀ ਸਖਤ ਕਾਰਵਾਈ ਦੇ ਮੱਦੇਨਜ਼ਰ ਅਮਰੀਕਾ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਵਿੱਚ ਵੱਡੀ ਕਮੀ ਆਈ ਹੈ, ਜਿਸ ਦੇ ਸਿੱਟੇ ਵਜੋਂ ਟੂਰਿਜ਼ਮ ਸੈਕਟਰ ਨੂੰ
18 ਅਰਬ ਡਾਲਰ ਦਾ ਨੁਕਸਾਨ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਜ਼ਾਹਰ जी गल है, अगर डोनाल्ड ट्रंप वालों इसी तरीके नाल वीज़ा अर्जियां ते रोक लगाई जाएगी या वीज़ा पाबंदी लगाई जाएगी तो उहदे टूरिज़म के उत्ते बहुत बड़ा असर पवेगा, यानी कि सैलानियों की गिनती बहुत ज़्यादा अमेरिका विच घट जाएगी और सिर्फ अमेरिकन ही अमेरिका विच रह जाएंगे या फिर कुछ और लोग, कुछ और मुल्कों के लोग जिन्हों की पाबंदी नहीं लगाई गई या फिर जो निवेश करने वाले ने कारोबारी है वही अमेरिका दे विच आउणगे। इस करके टूरिज़म नूं लैके बहुत बड़ा नुकसान जो हो सकता है, जिवें कि अंदाज़ा लगाया जा रहा है कि 18 अरब डॉलर का नुकसान होने का अंदाजा है। सो मार्च विच अमेरिका का गेड़ा लाने की योजना बना चुके 36% कनेडियंस लोगों ने अपना ट्रिप रद्द कर दिता क्योंकि उन्होंने नहीं पता कि अमेरिका जाते उन्होंने नाल की सलूक किया जाएगा, उन्होंने हिरासत में भी लिया जा सकता है। ਅਤੇ पिछले साल के मुकाबले हवाई टिकटों की बुकिंग में भी 70% की कमी दर्ज की गई है, यानी कि वही कि अमेरिका तो कैनेडा या कैनेडा तो अमेरिका जाने वाले की गिनती पहला बहुत ज़्यादा सी, पर जिस तरीके के नाल अमेरिका सख्ती की गई जिस विच कनेडियंस भी नहीं बख्शे गए, इस करके बहुत सारे कनेडियंस ने अपना फैसला ही बदल लिया। अमेरिका का टूरिज़म सैक्टर इस वड्डे नुकसान की भरपाई करना चाहता है, पर 43 मुल्कों के लोगों की आमद ते लगन वाली पाबंदी हालात होर बदतर कर देगी, जिस करके अमेरिका नूं इस बारे 100 बार सोचना पेगा। यानी कि डोनाल्ड ट्रंप नूं इन्ना 43 मुल्कों बारे एक बार फिर तो विचार करना चाहिए। 60 दिन का टाइम तो जरूर दिता है, पर की इसनूं अंदाज़ा लगाया जाए या फिर की इसकी उम्मीद है कि 60 दिनों के विच इन्हां मुल्कों में सुधार आएगा। फिलहाल ये जरूरी है कि अमेरिका की सुरक्षा पहले नंबर पर है, यानी कि अमेरिका की सुरक्षा पहली तरजीह है डोनाल्ड ट्रंप के लिए, पर इस उत्ते असर भी पेगा अगर इसी तरीके नाल मुल्कों के उत्ते पाबंदी लगाई जाएगी, क्योंकि उत्थे दे लोग जो ने अमेरिका विच कदी नहीं आ पाउणगे। कुछ लोग जो ने इत्थे घूमण वास्ते आउंदे सी, कुछ अपना काम करने वास्ते आउंदे सी, पर ऐसा नहीं हो पाएगा। गैर कानूनी इमीग्रेशन नूं लैके डोनाल्ड ट्रंप तो काफ़ी सख्त ने, इस नूं लैके उन्होंने सख्ती की ने। वो जायज़ भी है कि अमेरिका दे विच जो गैर कानूनी प्रवासी है उन्होंने बाहर कढ़िया जाएगा। अते इस गल तो भी आपां सब वाकफ हाँ कि बहुत सारे लोग अमेरिका जाने दे इच्छुक हुंदे सी, इस करके गैर कानूनी तरीका अपनाउंदे सी, क्योंकि अमेरिका दे विच वैध वीज़ा हासिल करना बहुत ज़्यादा मुश्किल है और इस नूं लैके कई बार लोग असफल हो जाते सी। इसी नूं लैके लोग जिहड़े ने गैर कानूनी तरीका अपना के अमेरिका पहुंचने की कोशिश कर रहे थे। इस दे चलते अमेरिका में हुण गैर कानूनी प्रवासियों ने डिपोर्ट करने की प्रक्रिया चल रही है और अप्रैल का महीना शुरू हो चुका है। इस महीने भी बहुत सारे लोगों को डिपोर्ट किया जाएगा। फिलहाल लगातार छापेमारी की जा रही है, जगह जगह तो लोगों को हिरासत में लिया जा रहा है। ईवन कि इस विच हुण स्टूडेंट्स भी नहीं बख्शे जा रहे, जिवें मैं पहला भी कहा सीगा कि बहुत सारे ऐसे स्टूडेंट्स जो किसी न किसी ऐसी गतिविधि में शामिल है या फिर फलस्तीनियों का समर्थन करते हुए पाए गए हैं या फिर सोशल मीडिया के उत्ते इन्हों स्क्रोल करते हैं, लाइक करते, कमेंट करते, पोस्ट करते हैं। इन्होंने सारे ही विद्यार्थियों लिए हुण संकट का समा आ चुका है, क्योंकि इन्हों की उत्ते जांच की जा रही है, इन्हों की भाल की जा रही है और इन्होंने भाल करके देश निकाला दिता जाएगा। सो अमेरिका के स्टूडेंट्स हुण सतर्क रहन जिहड़े ऐसी गतिविधियां भी शामिल है। सो भारतीय विद्यार्थियों के उत्ते भी बहुत बड़ा संकट इस समय मंडराया हुआ है। एक डर ते सहम वाला माहौल अमेरिका में बनया हुआ है। बहुत सारे लोगों के मन दे विच अमेरिका जाने का चाह सी, शायद अज खत्म होना शुरू हो चुके हैं। खास तौर पर अमेरिका के गुआढ़ी देश कैनेडा का, जो कि अक्सर ही अमेरिका दे विच आउंदा जांदा रहिंदा सी, यानी कि बहुत सारे लोग अमेरिका ते कैनेडा दे विच आवाजाही चलती रहती सी, पर वो अमेरिका की इस सख्ती के बावजूद कैनेडा वर्गे मुल्कों के विच एक बड़ा असर देखने को मिलिया। सो बाकी मुल्कों के उपर की असर पेगा ये तो तुसीं अंदाज़ा लगा ही सकते हो। सो अमेरिका दे विच इस वेले हर तरीके की संभव कोशिश की जा रही है कि किसी न किसी तरीके नाल उन्हां लोकां नूं हिरासत विच लिया जाए जो अमेरिका की सुरक्षा के लिए बिल्कुल भी सही नहीं ने, या फिर अमेरिका के विरोधी हैं या फिर अमेरिका में गैर कानूनी तरीके ना पहुंचे हुए हैं। इसलिए लैके सारी कोशिशें की जा रही हैं। यूनीवर्सिटीज़ नूं भी अपील कर दी गई है, उन्होंने भी आदेश जारी कर दिए गए हैं कि जिन्हों के यूनीवर्सिटी के बीच धरना प्रदर्शन या रोस हुए ने अमेरिका नूं लैके या फिर फलस्तीनियों के समर्थन के बीच जो प्रदर्शन भी हुए हैं उस में शामिल सारे स्टूडेंट्स की सूची जारी की जाएगी और इसनूं अमेरिका सरकार नूं सौंपिया जाएगा। इस तो बाद इन स्टूडेंट्स की सूची के बीच बहुत सारे ऐसे विद्यार्थी भी शामिल हो सकते हैं जो किसी ने कहे थे इस प्रदर्शन में शामिल हो सके होण।
ਜਾਂ ਫਿਰ ਜਿਨ੍ਹਾਂ ਨੇ ਸਿਰਫ ਔਰ ਸਿਰਫ ਸੋਸ਼ਲ ਮੀਡੀਆ ਦੇ ਵਿੱਚ ਇਸ ਦਾ ਸਮਰਥਨ ਕੀਤਾ ਹੋਵੇ। ਸੋ ਹੁਣ ਅਗਰ ਸੋਸ਼ਲ ਮੀਡੀਆ ਦੇ ਉੱਤੇ ਵੀ ਇਸ ਦਾ ਸਮਰਥਨ ਕੀਤਾ ਹੈ ਤਾਂ ਉਹਨਾਂ ਵਿਦਿਆਰਥੀਆਂ ਦੀ ਖੈਰ ਨਹੀਂ ਹੈ। ਇਸ ਕਰਕੇ ਉਹਨਾਂ ਵਿਦਿਆਰਥੀਆਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਅਗਰ ਉਹ ਐਸਾ ਕੁਝ ਵੀ ਕਰਦੇ ਨੇ ਤੇ ਉਹਨਾਂ ਦੇ ਉੱਤੇ ਸਖਤ ਕਾਰਵਾਈ ਹੋ ਸਕਦੀ ਹੈ। ਇਸ ਕਰਕੇ ਵਿਦਿਆਰਥੀਆਂ ਨੂੰ ਅਪੀਲ ਵੀ ਕੀਤੀ ਗਈ ਹੈ ਕਿ ਉਹ ਐਸੀ ਗਤੀਵਿਧੀਆਂ ਨੂੰ ਕਰਨ ਤੋਂ ਬਚਣ ਜਿਸ ਵਿੱਚ ਉਹ ਕੋਈ ਵੀ ਐਸੀ ਪੋਸਟ ਨੂੰ ਲਾਈਕ ਕਰਦੇ ਨੇ ਜਾਂ ਸ਼ੇਅਰ ਕਰਦੇ ਨੇ ਜੋ ਅਮਰੀਕਾ ਦੇ ਵਿਰੋਧ ਵਿੱਚ ਹੋਵੇ। ਸੋ ਇਹਨਾਂ ਚੀਜ਼ਾਂ ਨੂੰ ਲੈ ਕੇ ਉਹਨਾਂ ਨੂੰ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਕਿ ਅਗਰ ਉਹ ਆਪਣਾ ਵੀਜ਼ਾ ਬਚਾਉਣਾ ਚਾਹੁੰਦੇ ਨੇ ਜਾਂ ਅਮਰੀਕਾ ਵਿੱਚ ਸਟੱਡੀ ਕਰਨਾ ਚਾਹੁੰਦੇ ਨੇ ਤਾਂ ਐਸੀ ਕਿਸੇ ਵੀ ਗਤੀਵਿਧੀ ਵਿੱਚ ਸ਼ਾਮਲ ਨਾ ਹੋਣ ਜੋ ਉਹਨਾਂ ਦੇ ਵੀਜ਼ੇ ਲਈ ਖਤਰਾ ਬਣ ਸਕੇ ਜਾਂ ਉਹਨਾਂ ਦੇ ਭਵਿੱਖ ਲਈ ਇੱਕ ਖਤਰਾ ਬਣ ਸਕੇ, ਕਿਉਂਕਿ ਇਸ ਤੋਂ ਬਾਅਦ ਅਮਰੀਕਾ ਵੱਲੋਂ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਜਾਏਗਾ। ਡਿਪੋਰਟ ਕਰਨ ਤੋਂ ਬਾਅਦ ਅਮਰੀਕਾ ਦੁਬਾਰਾ ਤੋਂ ਕਦੀ ਉਹਨਾਂ ਨੂੰ ਮੌਕਾ नहीं देगा। फिलहाल सेल्फ डेपोटेशन वाले लोग यानी कि जो CBP ऐप लॉन्च की गई है जिस थ्रू खुद डेपोटेशन दी जा सकती है, खुद ਨੂੰ देश निकाला दिता जा सकता है। अगर कोई इस ऐप के थ्रू देश निकाला लैंदा है यानी कि अमेरिका तो बाहर जाता है ਉਹਨਾਂ ਨੂੰ ਜ਼ਰੂਰ ਮੌਕਾ ਮਿਲੇਗਾ ਅਮਰੀਕਾ ਵਿੱਚ ਵਾਪਸ ਆਉਣ ਦਾ, ਪਰ ਉਹ ਕਾਨੂੰਨੀ ਤਰੀਕੇ ਦੇ ਨਾਲ, ਯਾਨੀ ਕਿ ਅਮਰੀਕਾ ਉਹਨਾਂ ਲੋਕਾਂ ਨੂੰ ਜ਼ਰੂਰ ਸਵੀਕਾਰ ਕਰੇਗੀ ਜੋ ਖੁਦ ਦੇਸ਼ ਨੂੰ ਛੱਡ ਕੇ ਅਮਰੀਕਾ ਛੱਡ ਕੇ ਬਾਹਰ ਜਾਣਗੇ। ਸੋ ਇਹ ਸੀ ਅੱਜ ਦੇ ਪ੍ਰੋਗਰਾਮ ਇੰਟਰਨੈਸ਼ਨਲ ਅਪਡੇਟ ਦੇ ਵਿੱਚ ਕੁਝ ਖਾਸ ਅਪਡੇਟਸ। ਹੋਰ ਅਪਡੇਟਸ ਲਈ ਤੁਸੀਂ ਬਨੇ ਰਹੋ ਜੀ ਪੰਜਾਬ ਮਿਲ USA TV ਦੇ ਨਾਲ। ਫਿਲਹਾਲ ਲਈ ਮੈਨੂੰ ਯਾਨੀ ਸੁਰਭੀ ਸ਼ਰਮਾ ਤੋਂ ਇਜਾਜ਼ਤ। ਤੁਹਾਡੇ ਸਭ ਦਾ ਜੀ ਬਹੁਤ ਬਹੁਤ ਧੰਨਵਾਦ।